ਗਿਆ ਸੀਗਾ ਮੈਂ 87 ਦੇ ਵਿੱਚ 87 ਦੇ ਐਂਡ ਜਿਹੇ 'ਚ ਗਿਆ ਸੀਗਾ ਅਤੇ 1.5 ਸਾਲ ਵਾਂਗੂ ਮੈਂ ਰਾਹ 'ਚ ਫਿਰਦਾ ਰਿਹਾਂਗਾ। ਕਰੀਬ ਮੈਂ ਮੇਰੇ ਖਿਆਲ ਹੈ ਵੀ ਦੁਨੀਆ ਦੇ 40-45 ਕੰਟਰੀ ਵੀ ਦੇਖ ਚੁੱਕਿਆ ਹੈਗਾ। ਅਤੇ USA ਗਿਆ, ਪਹਿਲਾਂ ਕੈਨੇਡਾ ਪਹੁੰਚਿਆ ਸੀਗਾ, ਕੈਨੇਡਾ ਤੋਂ ਫਿਰ ਉੱਥੇ ਨਹੀਂ ਮਨ ਜਿਹਾ ਲੱਗਿਆ, ਫਿਰ ਉੱਥੋਂ USA ਚਲੇ ਗਿਆ ਅਤੇ 20 ਸਾਲ ਰਹਿ ਗਿਆ, 7 'ਚ ਵਾਪਸ ਆਇਆ। ਜਾਣ ਦਾ ਕਾਰਨ ਇਹ ਸੀਗਾ ਕਿ ਉਦੋਂ ਹਾਲਾਤ ਤੁਹਾਨੂੰ ਪਤਾ ਹੈਗਾ ਵੀ 87 ਦੇ ਵਿੱਚ ਹਾਲਾਤ ਕਿਹੋ ਜਿਹੇ ਸੀਗੇ ਅਤੇ ਉਹਦੇ ਕਰਕੇ ਚਲੇ ਗਏ। ਉਸ ਤੋਂ ਬਾਅਦ ਉੱਥੇ ਮੈਂ ਜਿਹੜਾ ਆਉਣ ਦਾ ਕਾਰਨ ਸੀ, ਪਹਿਲਾਂ ਤਾਂ ਕੋਈ ਮੈਂ ਸਹੀ ਗੱਲ ਦੱਸਾਂ ਵੀ ਆ ਕੇ ਰਾਜੀ ਨਹੀਂ ਸੀਗਾ ਇੱਥੇ, ਵੀ ਇੱਥੇ ਜਿਵੇਂ ਜੋ ਚੱਲਦਾ ਸੀਗਾ ਦੇਖ ਕੇ ਗਿਆ ਸੀਗਾ ਵੀ ਕੀ ਹੈ। ਫਿਰ ਆਉਣ ਦਾ ਕਾਰਨ ਇਹ ਡੈਡੀ ਵੀ ਚਲੇ ਗਏ, ਮੰਮੀ ਵੀ ਉੱਥੇ ਚਲੇ ਗਏ। ਮੰਮੀ ਸਾਰੇ ਕਹਿੰਦੇ ਵੀ ਵਿਆਹ ਕਰਾ ਫਲਾਨਾ ਜੇ ਧਮਕਾ। ਮੈਂ ਕਿਹਾ ਚੰਗਾ ਚਲੋ ਜੀ ਵਿਆਹ ਕਰਾ ਲੈਂਦੇ। ਫਿਰ ਅਸੀਂ ਆ ਗਏ ਸੀਗਾ ਇੱਥੇ। ਉਹਨਾਂ ਫਿਰ ਉਹਨੂੰ ਖਾਲੀ ਕੀ ਪਤਾ ਹੈ, ਉਹ ਜਾਂਦਾ ਸੀ ਪਹਿਲੇ 10 ਮਿੰਟ ਮੇਰੀ ਕੇਅਰ ਕਰਦੇ ਨੇ। ਲੱਗਣਾ ਤਾਂ ਇਹਦੀ ਵੀ ਜੇ ਮੈਂ ਦੂਰ ਹੁੰਦਾ। ਇਹ ਤਾਂ ਹੁਣ ਇੱਥੇ ਮੇਰੇ ਨਾਲ ਰਹਿੰਦੇ ਨੇ, ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ। ਮੇਰਾ ਜਿਵੇਂ ਹਾਰਟ ਦਾ ਬਾਈਪਾਸ ਸਰਜਰੀ ਹੋਈ, ਇਹ ਮੈਨੂੰ ਚੱਕ ਕੇ ਲੈ ਗਿਆ ਹੈ। ਉਹ ਮੇਰੀ ਨੂੰਹ ਨਾਲ ਗਈ, ਉਹਨੇ ਉਹਦੀ ਕੀਤੀ ਆ ਕੋਰਸ ਆ, ਉਹਦੇ ਕੋਲ ਦੂਰੋਂ ਮਰੀਜ਼ ਆਉਂਦੇ ਨੇ। ਮੇਰਾ ਜੀ ਨਹੀਂ ਕੀਤਾ ਇਹਨੂੰ। ਮੈਂ ਕਿਉਂ ਨਹੀਂ ਚਿਰ ਹੋ ਗਿਆ ਤੇ ਗਏ ਨੂੰ, ਮੈਂ ਮਿਲਤਾ ਆਵਾਂ ਹੈ। ਉਹ ਸਾਡੇ ਰਿਸ਼ਤੇਦਾਰ 'ਚ ਏਜੰਟ ਸੀ, ਉਹ ਕਹਿੰਦਾ 10,000 ਰੁਪਇਆ ਲੱਗੂ ਤੇਰਾ, ਮੈਂ ਵੀਜ਼ਾ ਹੁਣ ਲਵਾ ਦੇਣਾ। ਉਹਨੇ ਮੇਰਾ ਵੀਜ਼ਾ ਲਵਾਤਾ ਆਪਣਾ ਵਰਕ ਪਰਮਿਟ 'ਤੇ ਮਲਟੀਪਲ ਵੀਜ਼ਾ। ਉੱਥੇ ਮੈਂ ਵਗ ਗਿਆ ਇਹਦੇ ਕੋਲ 3 ਮਹੀਨੇ 3.5 ਮਹੀਨੇ ਬਾਹਰ ਜੀ ਨਹੀਂ ਲੱਗਿਆ ਮੇਰਾ ਭਾਈ। ਇਹਦਾ ਚਲਾ ਜਾਂਦਾ ਸੀ ਟਰਾਲਾ ਲੈ ਕੇ ਨਾਲ ਉਹ, ਅਤੇ ਮੈਂ ਉੱਥੇ ਜਿਹੜੇ 2-4 ਪੰਜਾਬੀ ਉੱਥੇ ਝੀਲ 'ਤੇ ਬੈਠੇ ਹੁੰਦੇ ਉਹਨਾਂ ਕੋਲ ਵਗ ਜਾਂਦਾ ਅਤੇ ਗੱਲਾਂ ਬਾਤਾਂ ਮਾਰ ਕੇ ਆ ਜਾਂਦਾ। ਮੈਂ ਇਟਲੀ ਵਿੱਚ 15 ਸਾਲ ਰਹੀ ਸੀ ਅਤੇ PR ਹੋ ਗਈ ਅਤੇ ਮਿਹਨਤ ਤਾਂ ਬਹੁਤ ਕੀਤੀ, ਉੱਥੇ ਵੀ ਕਰਨੀ ਵੀ ਪੈਂਦੀ ਹੈ। ਫਿਰ ਇੱਥੇ ਵਾਪਸ ਆ ਗਈ ਸੀ। ਬੇਟੇ ਦਾ ਉੱਥੇ ਦਾ ਹੀ ਵਰਤਾ। ਇੱਥੇ ਮੈਂ ਨਰਸਿੰਗ ਕਰਦੀ ਸੀ, ਪਹਿਲਾਂ DMC ਜੋਬ ਕਰਦੀ ਸੀਗੀ ਲੁਧਿਆਣੇ, ਅਤੇ ਫਿਰ ਜਦੋਂ ਫੋਰਨ ਚਲੀ ਗਈ ਸੀਗੀ ਫਿਰ ਉੱਥੇ ਇਹੀ ਜੋਬ ਉੱਥੇ ਕਰਦੀ ਰਹੀ। ਅਤੇ ਪਹਿਲਾਂ ਪੇਸ਼ੈਂਟ ਕੇਅਰ ਦੀ ਕਰਦੀ ਸੀਗੀ, ਜਿਵੇਂ ਕੋਈ ਕੈਂਸਰ ਪੇਸ਼ੈਂਟ ਸੀਗਾ ਜਾਂ ਕੋਈ ਓਲਡ ਪੇਸ਼ੈਂਟ ਸੀਗਾ, ਅਤੇ ਇੱਦਾਂ ਦੀ ਉੱਥੇ ਕੇਅਰ ਪੇਸ਼ੈਂਟ ਜ਼ਿਆਦਾ ਕਰਦੀ ਸੀ। ਹਾਂਜੀ, ਇੱਥੇ ਵੀ ਠੀਕ ਸੀਗਾ, ਉੱਥੇ ਵੀ ਵਧੀਆ ਸੀ। ਇੱਥੇ ਐਵੇਂ ਆ ਵੀ ਫੈਮਿਲੀ ਆ, ਉੱਥੇ ਇਕੱਲੇ ਰਹਿੰਦੇ ਸੀਗੇ, ਫੈਮਿਲੀ ਨਾਲ ਵਧੀਆ ਲੱਗਦਾ। ਉੱਥੇ ਜਦੋਂ ਹੋਰ ਕਿਸੇ ਪਰਿਵਾਰ 'ਚ ਜਾਂਦੀ ਸੀਗੀ ਫਿਰ ਆਪਦੇ ਇੱਥੇ ਫੈਮਿਲੀ ਯਾਦ ਆਉਂਦੀ ਆ ਵੀ ਮੈਂ ਵੀ ਆਪਦੇ ਪਰਿਵਾਰ 'ਚ ਰਹਾਂ। ਜਿਹੜਾ ਉੱਥੋਂ ਆਉਣ ਦਾ ਸੀਗਾ, ਆਉਣ ਦਾ ਤਾਂ ਇਹੀ ਸੀਗਾ ਇੱਕ ਵਾਰੀ ਵੀ ਚਲੋ ਚੱਲਦੇ ਆਂਗੇ ਵਿਆਹ ਕਰਾ ਕੇ, ਫਿਰ ਆ ਜਾਵਾਂਗੇ ਸਾਲ 6 ਮਹੀਨਿਆਂ ਬਾਅਦ। ਪਰ ਜਦੋਂ ਇੱਥੇ ਆਇਆ, ਇੱਥੇ ਆ ਕੇ ਦੇਖਿਆ ਵੀ ਜਿਵੇਂ ਹਾਲਾਤ ਸੀਗੇ ਮੇਰੇ ਮੰਮੀ ਦੇ ਡੈਡੀ ਦੇ, ਹੁਣ ਬਜ਼ੁਰਗ ਹੋ ਗਏ ਸੀਗੇ, ਉਹਨਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਸੀਗਾ। ਅਤੇ ਉਸ ਤੋਂ ਬਾਅਦ ਬੇਟਾ ਆ ਗਿਆ ਸਾਡਾ, ਇਹਦਾ ਬਰਥ ਬਾਹਰ ਦਾ ਇਟਲੀ ਦਾ ਹੀ ਹੈਗਾ, ਕਿਉਂਕਿ ਇਹਨਾਂ ਕੋਲ ਇਟਲੀ ਦਾ ਉੱਧਰ ਦਾ ਜਿਵੇਂ ਗ੍ਰੀਨ ਕਾਰਡ ਕਹਿ ਲਓ ਉਹ ਹੈਗਾ ਇਹਨਾਂ ਦਾ। ਅਤੇ ਫਿਰ ਇਹਦੀ ਵੀ ਪੜ੍ਹਾਈ ਦਾ ਸੀਗਾ ਵੀ ਇੱਥੇ ਜਿਹੜੀ ਪੜ੍ਹਾਈ ਆ, ਹੁਣ ਸਾਡੇ ਜਿਹੜੇ ਰਿਸ਼ਤੇਦਾਰ ਵੀ ਨੇਗੇ, ਮੇਰੇ ਮਾਮੇ ਦੇ ਮੁੰਡੇ ਨੇ, ਉਹਨਾਂ ਨੇ ਵੀ ਇੱਥੇ ਪੜ੍ਹਾਏ ਆ ਬੱਚੇ, ਮਾਸੀ ਦੇ ਜਵਾਕ ਨੇ ਉਹਨਾਂ ਨੇ ਵੀ, ਕਿਉਂਕਿ ਇੱਥੇ ਦਾ ਜਿਹੜੇ ਫਿਰ ਉਹ ਕਲਚਰ ਨਾਲ ਜੁੜੇ ਰਹਿੰਦੇ ਨੇ। ਇੱਥੇ ਜੇ ਹੁਣ ਉੱਥੇ ਹੀ ਰੱਖਦੇ ਆ ਤਾਂ ਉਹ ਉੱਧਰਲੇ ਕਲਚਰ 'ਚ ਹੀ ਰਹਿ ਜਾਂਦੇ ਨੇ, ਉਹਨਾਂ ਨੂੰ ਸਾਡਾ ਤਾਂ ਕੁਛ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕੀ ਚੀਜ਼ ਸੀਗੇ, ਅਸੀਂ ਕਿੱਥੋਂ ਆਏ ਹਾਂ, ਕੀ ਹੈਗਾ ਗਾ। ਇਹ ਹੋ ਗਿਆ। ਫਿਰ ਉਹਨੂੰ ਸਾਡੇ ਮੰਮੀ ਡੈਡੀ ਬਜ਼ੁਰਗ ਨੇ, ਇਹਨਾਂ ਦੀ ਸੇਵਾ ਸੰਭਾਲ ਦੀ ਖਾਤਰ ਫਿਰ ਇੱਥੇ ਰਹਿੰਦੇ ਹਾਂ। ਇੱਥੇ ਕੰਮਕਾਰ ਖੇਤੀਬਾੜੀ ਕੀਤਾ ਸ਼ੁਰੂ ਬਈ, ਉਹ ਤਾਂ ਕੁਛ ਨਹੀਂ ਕੀਤਾ ਹੈਗਾ ਖੇਤੀਬਾੜੀ। ਬਾਕੀ ਆ ਜਿਵੇਂ ਹੁਣ ਚੱਲਦਾ ਹੈਗਾ ਕੋਈ ਤੂੜੀ ਤਾੜੀ ਵਾਲੀ ਮਸ਼ੀਨ ਜਾਂ ਉਹ ਟਰੈਕਟਰ ਲੈ ਕੇ ਆਪਦਾ ਮਾੜਾ ਮੋੜਾ ਖੇਤੀਬਾੜੀ ਇਹੀ ਕੰਮ ਸ਼ੁਰੂ ਕੀਤਾ। ਖੇਤੀ ਨਾਲ ਸੰਬੰਧਿਤ ਹੀ ਕੰਮ ਸੀ ਸਾਰਾ। ਜਿਹਦੇ ਕੋਲ ਨਾ 3 ਕਿੱਲੇ ਵੀ ਜ਼ਮੀਨ ਦੇ, ਮੈਂ ਤਾਂ ਕਹਿੰਦਾ ਉੱਥੇ ਜਾਓ ਨਾ, ਜੋ 4 ਨੇ ਉਹ ਤਾਂ ਵਾਧੂ ਨੇ, ਜਾਓ ਨਾ। ਮੈਂ ਤਾਂ ਇਹ ਕਹਿੰਦਾ ਜੇ ਜਾਂਦੇ ਨੇ ਉਹ ਬੇਵਕੂਫ ਨੇ। ਇਹ ਆਪੇ ਜਾਣਦਾ, ਇਹ ਸਾਰੇ ਫਿਰ ਕਿਉਂ ਦਾ ਗੁਰਦੁਆਰੇ ਜਾਂਦਾ, ਸਾਰੇ ਜਾਂਦਾ। ਇਹਦੀ ਮਾਤਾ ਪਿਤਾ ਵੀ ਸਮਝਾਉਂਦੇ ਨੇ, ਉਹਨਾਂ ਦੇ ਆਪਣੇ ਮਨ ਦੀ ਮਰਜ਼ੀ ਹੈ। ਉਹ ਕਹਿੰਦੇ ਪੈਸੇ ਦੇ ਲਾਲਚ 'ਚ ਲੱਗੇ ਵੀ ਨੇ। ਸਾਨੂੰ ਪੈਸਾ ਜਦੋਂ ਇੱਥੇ ਮਿਲੀ ਜਾਂਦਾ ਐਵੇਂ ਕਿਉਂ ਭੱਜੇ ਫਿਰੀਏ। ਪੁੱਛਦੇ ਨੇ, ਇਹ ਕਹਿੰਦਾ ਮੈਂ ਆਪਣੇ ਮਾਂ ਪਿਓ ਦੀ ਸੇਵਾ ਕਰਨਾ ਹੈ। ਪੈਸੇ ਤਾਂ ਕਹਿੰਦਾ ਮੈਂ ਫਿਰ ਵੀ ਕਮਾ ਲੂੰਗਾ, ਮਾਂ ਪਿਓ ਨਹੀਂ ਮਿਲਣੇ ਮੈਨੂੰ। ਆਲਾ ਚੁੱਪ ਕਰ ਜਾਂਦਾ। ਫਿਰ ਸਕਰਗੜ੍ਹ ਤੇ ਜਫਰ ਅਤੇ ਪਹਿਲਾਂ ਜਦੋਂ ਅਸੀਂ ਉੱਧਰ ਰਹਿੰਦੇ ਸੀ ਉਦੋਂ ਮੰਮੀ ਡੈਡੀ ਨੂੰ ਜਿਵੇਂ ਕਈ ਵਾਰੀ ਪ੍ਰੋਬਲਮ ਆਉਂਦੀ ਸੀ। ਇਹਨਾਂ ਨੇ ਜਿਵੇਂ 1-2 ਵਾਰੀ ਡੈਡੀ ਸਾਡੇ ਇੱਥੇ ਸੰਗਰੂਰ ਗਏ ਸੀਗੇ, ਉੱਥੇ ਚੱਕਰ ਖਾ ਕੇ ਡਿੱਗ ਗਏ
ਤੇ ਫਿਰ ਜਦੋਂ ਦੇ ਅਸੀਂ ਇੱਧਰ ਆਏ ਹਾਂ ਅਸੀਂ ਆਪਦੇ ਹਿਸਾਬ ਨਾਲ ਕਿਚਨ ਆਪਦੇ ਹੈਂਡਲ ਕੀਤੀ ਹੋਈ ਆ ਤੇ ਹੁਣ ਕੋਈ ਇਦਾਂ ਦਾ ਚੱਕਰ ਨਹੀਂ, ਵਧੀਆ ਸੀ। ਕੋਈ ਮੈਡੀਸਨ ਨਹੀਂ ਚੱਲਦੀ, ਪਹਿਲਾਂ ਮੈਡੀਸਨ 'ਤੇ ਹੀ ਚੱਲਦੇ ਸੀ ਮੰਮੀ ਵੀ ਡੈਡੀ ਵੀ, ਹੁਣ ਵਿਦਆਊਟ ਮੈਡੀਸਨ ਸਾਰਾ ਕੁਝ ਇਹੀ ਚੇਂਜ ਕੀਤਾ, ਕਿਚਨ ਹੀ ਚੇਂਜ ਕੀਤੀ ਆ ਜਿੱਦਾਂ। ਤੇ ਜਿਵੇਂ ਉਹਨਾਂ ਦੀ ਜਿਹੜੀ ਪਹਿਲਾਂ ਤੜਕਾ ਲਾ ਕੇ ਖਾਂਦੇ ਸੀਗੇ, ਦੁੱਧ ਮੱਖਣੀ ਘਿਓ ਇਹੋ ਜਿਹੀਆਂ ਚੀਜ਼ਾਂ ਵੱਧ ਖਾਂਦੇ ਸੀਗੇ, ਉਹਦੇ ਨਾਲ ਕੋਲੈਸਟਰੋਲ ਹਾਈ ਹੁੰਦਾ ਰਹਿੰਦਾ ਸੀ ਤੇ ਬਿਮਾਰੀਆਂ ਵੱਧਦੀਆਂ ਸੀਗੀਆਂ। ਤੇ ਇਹ ਚੀਜ਼ਾਂ ਬੰਦ ਕੀਤੀਆਂ ਨੇ, ਇਹਨਾਂ ਨੂੰ ਫਰੂਟ ਤੇ ਜਾਂ ਦੂਸਰੀ ਸਲਾਦ ਤੇ ਇਹਨਾਂ ਨੂੰ ਵੱਧ ਡਾਈਟ ਦਿੱਤੀ ਹੋਈ ਹੈ ਵੀ ਇਹ ਜ਼ਿਆਦਾ ਖਾਣੇ ਵੱਧ ਤੋਂ ਵੱਧ। ਤੇ ਹੋਰ ਵੀ ਕਈ ਪੇਸ਼ੈਂਟ ਜਿੱਦਾਂ ਕੋਈ ਮੇਰੇ ਕੋਲ ਆ ਜਾਂਦਾ ਉਹਨਾਂ ਨੂੰ ਮੈਂ ਇੱਦਾਂ ਹੀ ਡਾਈਟ ਦੱਸ ਕੇ ਠੀਕ ਹੋ ਜਾਂਦੇ ਆ। ਕੈਂਸਰ ਵਾਲੇ ਮਰੀਜ਼ ਅਸੀਂ ਅੱਗੇ ਬੀਟ ਜੂਸ ਬਣਾ ਕੇ ਘਰੇ ਪਿਲਾਉਂਦੇ ਸੀਗੇ ਤੇ ਉਹਦੇ ਨਾਲ ਕਈਆਂ ਨੂੰ ਜਿਵੇਂ ਜਿਨ੍ਹਾਂ ਤੋਂ ਉੱਠ ਬੈਠ ਵੀ ਨਹੀਂ ਸੀ ਹੁੰਦਾ, ਪੌੜੀ ਚੜ੍ਹਨ ਲੱਗ ਗਏ ਸੀ ਉਹ ਵੀ। ਤੇ ਇੱਦਾਂ ਕੈਂਸਰ ਵਾਲੇ ਮਰੀਜ਼ ਵੀ ਜਿਵੇਂ ਇਹ ਡਾਈਟ ਲੈਣ ਤਾਂ ਠੀਕ ਹੁੰਦੇ ਜੀ। ਡੈਡੀ ਸਾਡੇ 15-20 ਸਾਲ ਤੋਂ ਮੈਡੀਸਨ ਦੀ ਟੈਬਲੇਟ ਲੈਂਦੇ ਸੀਗੇ ਤੇ ਸੁਬਾਹ ਸ਼ਾਮ ਲੈਂਦੇ ਸੀ ਤੇ ਉਹ ਬੰਦ ਹੋਈ ਆ। ਤੇ ਮੰਮੀ ਦੀਆਂ ਸਾਡੇ ਚੱਲਦੀਆਂ ਸੀ ਪੇਨ ਕਿਲਰ ਲੈਂਦੇ ਸੀਗੇ, ਉਹ ਬੰਦ ਹੋਈਆਂ ਨੇ। ਮੰਮੀ ਦੀ BP ਦੀ ਗੋਲੀ ਚੱਲਦੀ ਸੀਗੀ, ਉਹ ਵੀ ਬੰਦ ਹੋਈਆਂ ਨੇ। ਹੁਣ ਹਰਨੀਆਂ ਕਹਿੰਦੇ ਸੀਗੇ, ਹਰਨੀਆਂ ਵੀ ਅਸੀਂ ਜਿਵੇਂ ਉਹ ਬਾਹਰ ਨੂੰ ਇੰਨੀਆਂ ਬਹੁਤ ਜ਼ਿਆਦਾ ਨਿਕਲ ਆਉਂਦੀਆਂ ਸੀ, ਉਹ ਵੀ ਜਿਵੇਂ ਘਰੇ ਅਸੀਂ ਸਾਰਾ ਬੰਦ ਹੋਈਆਂ ਡਾਈਟ ਨਾਲ ਹੀ। ਉੱਦਾਂ ਤਾਂ ਜਾ ਸਕਦੇ ਹਾਂ ਪਰ ਜਿਵੇਂ ਇਹ ਹੈਗਾ ਵੀ ਜਿਵੇਂ ਜਿੰਨੀ ਦੇਰ ਤੱਕ ਮੰਮੀ ਡੈਡੀ ਦੀ ਅਸੀਂ ਜਿਵੇਂ ਸੇਵਾ ਕਰਨੀ ਚਾਹੁੰਦੇ ਹਾਂ, ਹੁਣ ਉੱਥੇ ਜੇ ਅਸੀਂ ਚਲੇ ਜਾਵਾਂਗੇ ਪੈਸਾ ਤਾਂ ਕਮਾ ਲਾਂਗੇ, ਇਹਨਾਂ ਨੇ ਹੁਣ ਇੱਥੇ ਵਿਚਾਰੇ ਰਹਿੰਦੇ ਨੇ, ਇੱਥੇ ਹੀ ਖਤਮ ਹੋ ਜਾਣਗੇ, ਫਿਰ ਉਹ ਟਾਈਮ ਸਾਡਾ ਵਾਪਸ ਨਹੀਂ ਆਉਣਾ। ਪੈਸੇ ਕਮਾਏ ਜਾਣਗੇ ਤੇ ਜਿਹੜੀ ਇਹਨਾਂ ਦੀ ਲਾਈਫ ਨੂੰ ਅਸੀਂ ਜਿਵੇਂ ਹੁਣ ਹਰ ਇੱਕ ਬੰਦਾ ਜੇ ਇੱਕ ਬੰਦੇ ਦੀ ਵੀ ਲਾਈਫ ਨੂੰ ਉਹਨੂੰ ਵਧਾ ਦੇਵੇ ਜਾਂ ਉਹਦੀ ਜੀਵਨ ਨੂੰ ਵਧੀਆ ਬਣਾ ਦੇਵੇ ਵੀ ਇਹ ਮੈਨੂੰ ਬਹੁਤ ਵੱਡੀ ਪ੍ਰਾਪਤੀ ਲੱਗਦੀ ਹੈ। ਉਹਨਾਂ ਕੰਮ ਅਸੀਂ ਇੱਥੇ ਮੇਰਾ ਖਿਆਲ ਹੈ ਜਿੰਨਾ ਕੰਮ ਉੱਥੇ ਅਸੀਂ 1 ਸਾਲ 'ਚ ਕਰਦੇ ਹਾਂ, ਇੱਥੇ ਅਸੀਂ 10 ਸਾਲਾਂ 'ਚ ਨਹੀਂ ਕਰਦੇ। ਕੋਈ ਇੱਥੇ ਕੰਮ ਕਰਕੇ ਨਹੀਂ ਰਾਜੀ ਹੈਗਾ। ਸਾਡੇ ਜੱਟਾਂ ਦੇ ਮੁੰਡੇ ਨੇ ਕਿ ਕੰਮ ਕਰਕੇ ਰਾਜੀ ਨਹੀਂ, ਉਹ ਕਹਿੰਦੇ ਨੇ ਜਿਹਦੇ ਕੋਲ 2 ਕਿੱਲੇ ਉਹ ਵੀ ਕਹਿੰਦਾ ਮੈਂ ਸਰਦਾਰ ਹਾਂ, ਜਿਹਦੇ ਕੋਲ 10 ਕਿੱਲੇ ਉਹ ਵੀ ਸਰਦਾਰ। ਤਾਂ ਚਲੋ ਉਹ ਤਾਂ ਹੈਗਾ ਹੀ, ਕਹਿੰਦਾ ਮੈਂ ਹੈਗਾ ਸਰਦਾਰ। ਲੇਕਿਨ ਕੰਮ ਇੱਥੇ ਸਾਨੂੰ ਇਹ ਬਹੁਤ ਰਹਿੰਦਾ ਗਾ, ਆਹ ਕੰਮ ਛੋਟਾ ਹੈ, ਆਹ ਕੰਮ ਵੱਡਾ ਹੈ, ਆਹ ਕੰਮ ਐ ਨਹੀਂ ਕਰਨਾ, ਐ ਨਹੀਂ ਕਰਨਾ। ਹੁਣ ਮੈਂ ਹੀ ਬੈਠਾਂਗਾ, ਮੈਨੂੰ ਮੈਂ ਪੱਗ ਇਸ ਤਰ੍ਹਾਂ ਬੰਨੀ ਬੈਠਾਂਗਾ। ਮੇਰੇ ਨਾਲ ਆਪਦਾ ਕੱਲ੍ਹ ਦਾ ਹੀ ਐਕਸਪੀਰੀਅੰਸ ਤੁਹਾਨੂੰ ਮੈਂ ਦੱਸਦਾ। ਕੱਲ੍ਹ ਬੰਦਾ ਮੈਨੂੰ ਇੱਥੇ ਆ ਕੇ ਕਹਿੰਦਾ ਆਹ ਕੀ ਬੰਨਿਆ? ਮੈਂ ਕਿਹਾ ਵੀ ਕੀ ਗੱਲ? ਇਹ ਤਾਂ ਇੱਕ ਕਹਿੰਦਾ ਤੂੰ ਕਿੱਥੇ ਸਦੀਕ ਬਣਿਆ ਫਿਰਦਾ। ਲੇਕਿਨ ਇਹਨਾਂ ਨੂੰ ਇਹ ਪਤਾ ਹੀ ਨਹੀਂ, ਸਾਡੇ ਇੱਥੇ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਵੀ ਸਾਡੀ ਅਸਲੀ ਰਵਾਇਤ ਕੀ ਹੈ, ਇਹ ਕਿਉਂ ਬੰਨ੍ਹਦੇ ਸੀ ਜਾਂ ਕੀ ਸੀਗਾ, ਕਿਸੇ ਨੂੰ ਕੁਛ ਵੀ ਨਹੀਂ ਪਤਾ। ਉੱਥੇ ਇੱਕ ਬੰਦਾ ਮਸ਼ੀਨ ਹੈ, ਰੋਬੋਟ ਹੈਗਾ। ਤੁਸੀਂ ਸਵੇਰੇ ਕੰਮ 'ਤੇ ਚਲੇ ਗਏ, ਸ਼ਾਮ ਨੂੰ ਘਰੇ ਆ ਗਏ, ਰੋਟੀ ਖਾ ਲਈ, ਸੌਂ ਗਏ, 10 ਮਿੰਟ ਜੇ ਕੋਈ ਫੈਮਿਲੀ 'ਚ ਬਹਿ ਕੇ ਹੱਸ ਖੇਡ ਲਿਆ, 10 ਮਿੰਟ ਬੈਠੇ, ਸਵੇਰੇ ਉੱਠਣਾ, ਸਵੇਰੇ ਉੱਠ ਕੇ ਤੁਹਾਨੂੰ ਇਹੀ ਹੁੰਦਾ ਵੀ ਚਲੋ ਜੀ ਛੇਤੀ ਛੇਤੀ ਕਰੋ, ਆਪਦਾ ਡੱਬਾ ਚੱਕੋ, ਚਲੋ ਕੰਮ 'ਤੇ। ਇੱਥੇ ਅਸੀਂ ਕੰਮ ਕਿੱਥੇ ਕਰ ਦਿਆਂਗੇ? ਇੱਥੇ ਤਾਂ ਅਸੀਂ ਕੰਮ ਕਰਕੇ ਕੰਮ ਕਰੀ ਝਾਕਦੇ ਵੀ ਹੈ ਨਹੀਂ ਕਿ ਸਵੇਰੇ ਕਹਿ ਦਿੰਦੇ ਕਿ ਸੀਰੀ ਨੂੰ ਜਾ ਵੀ ਪੱਠੇ ਤੂੰ ਵੱਢ ਲਿਆ, ਧਾਰਾਂ ਉਹਨੇ ਕੱਢਣੀਆਂ, ਬਈਆਂ ਨੇ ਕੱਢਣੀਆਂ। ਇੱਥੇ ਕੌਣ ਕਰਦਾ ਗਾ? ਕੁਛ ਕਰਦੇ। ਸਾਡੀ ਸੋਚ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਜਿਹਨ ਕਰ ਗਈ ਹੈਗੀ। ਪਤਾ ਨਹੀਂ ਵੀ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਇੱਕ ਝਾੜਾਂ ਨੂੰ ਲੱਗੀ ਜਾਂਦੇ ਨੇ ਕਿ ਵੀ ਉੱਥੇ ਜਾ ਕੇ ਜਿਹਨੂੰ ਹਿਲਾ ਲੈਂਦੇ ਹਾਂ ਅਤੇ ਡਾਲਰ ਡਿੱਗੇ ਅਤੇ ਅਸੀਂ ਇੰਡੀਆ ਭੇਜ ਦਿਆਂਗੇ। ਜਾਂ ਇੱਥੋਂ ਜਿਹੜੇ ਜਾਂਦੇ ਨੇ ਲੋਕ, ਉਹ ਮੈਂ ਬਹੁਤ ਕਹਿੰਦੇ ਦੇਖਿਆ, ਮੈਂ ਤਾਂ ਐਂ ਕਰ ਦੂੰ, ਮੈਂ ਉੱਥੇ ਜਾ ਕੇ ਇੱਕ ਫੈਕਟਰੀ ਬੁਲਾਊ, ਮੈਂ ਫਲਾਨਾ ਕਰ ਦੂੰ, ਮੈਂ ਧਮਕਾ ਕਰ ਦੂੰ। ਲੇਕਿਨ ਉੱਥੇ ਦੀ ਜਦੋਂ ਅਸਲੀਅਤ ਸੱਚਾਈ ਸਾਹਮਣੇ ਆਉਂਦੀ ਹੈ ਉਹ ਟੋਟਲੀ ਡਿਫਰੈਂਟ ਹੁੰਦੀ ਹੈ। ਕਿੰਨਾ ਹਾਰਡ ਵਰਕ ਉੱਥੇ ਕਰਨਾ ਪੈਂਦਾ, ਕੀ ਕਰਨਾ ਪੈਂਦਾ, ਕਿਵੇਂ ਲੋਕ ਰਹਿੰਦੇ ਨੇ। ਇੱਕ ਬੈੱਡਰੂਮ ਦੀ ਅਪਾਰਟਮੈਂਟ ਦੇ ਵਿੱਚ ਮੈਂ ਦੇਖਿਆ ਉੱਥੇ 8-8 ਜਾਣੇ ਰਹਿੰਦੇ ਨੇਗੇ। ਕੋਈ ਮੈਂ ਐਡਾ ਬਾਹਲਾ ਉੱਥੇ ਜਾਣ ਦਾ ਮਿਸ ਵੀ ਨਹੀਂ ਕੀਤਾ ਹੈਗਾ ਵੀ ਮੈਂ ਮਿਸ ਕਰਦਾ ਜੀ ਮੈਂ ਉੱਥੇ ਨਹੀਂ ਜਾ ਸਕਿਆ। ਮੇਰਾ ਥੋੜ੍ਹਾ ਬਹੁਤਾ ਉੱਥੇ ਕਾਰੋਬਾਰ ਹਾਲੇ ਵੀ ਚੱਲਦਾ, ਲੇਕਿਨ ਮੈਂ ਕੋਈ ਇਹ ਨਹੀਂ ਹੈਗਾ ਵੀ ਬਹੁਤ ਮਿਸ ਕੀਤਾ ਜੀ ਮੈਂ ਉੱਥੇ ਜਾਣਾ ਹੀ ਆ। ਨਾ, ਮੈਨੂੰ ਇੱਥੇ ਵੀ ਬਹੁਤ ਵਧੀਆ ਲੱਗਦਾ ਗਾ। ਕੋਈ ਮੈਨੂੰ ਇੱਕ ਦਿਨ ਵੀ ਕੋਈ ਦਿੱਕਤ ਨਹੀਂ ਆਈ। ਲੋਕ ਆ ਕੇ ਕਹਿੰਦੇ ਨੇ ਜੀ ਸਾਨੂੰ ਪਾਣੀ ਨਹੀਂ ਫਿੱਟ ਆਉਂਦਾ, ਸਾਨੂੰ ਫਲਾਨਾ ਨਹੀਂ ਫਿੱਟ ਹੋਇਆ, ਆਏ ਆ ਫਲਾਨਾ ਜੀ, ਇਹ ਬਹੁਤ ਗੱਲਾਂ ਕਰਦੇ ਨੇ, ਪਰ ਮੈਨੂੰ ਨਹੀਂ ਕੋਈ ਦਿੱਕਤ ਆਈ ਇੱਥੇ ਆ ਕੇ। ਕੋਈ ਨਾ ਪਾਉਣ ਪਾਣੀ ਨਾ ਕੁਛ ਵੀ ਨਹੀਂ, ਮੈਨੂੰ ਕੋਈ ਫਰਕ ਨਹੀਂ ਲੱਗਿਆ। ਸਮਾਂ ਇੱਥੇ ਰਹਿੰਦੇ ਯਾਰ, ਇੱਥੇ ਜੀਅ ਲੱਗਦਾ ਗਾ। ਆਪਦੇ ਪਰਿਵਾਰ 'ਚ ਬੈਠੇ ਹਾਂ, ਆਪਦੇ ਕਲਚਰ 'ਚ ਬੈਠੇ ਹਾਂ, ਆਪਦੇ ਲੋਕਾਂ 'ਚ ਬੈਠੇ ਹਾਂ। ਉੱਥੇ ਅਸੀਂ ਮੱਥਾ ਮਾਰਦੇ ਹਾਂ ਗੋਰਿਆਂ ਨਾਲ 24 ਘੰਟੇ। ਮੈਂ ਇਹ ਤਾਂ ਨਹੀਂ ਕਹਿੰਦਾ ਹੈਗਾ ਵੀ ਕੋਈ ਕਿਤੇ ਜਾਣਾ ਗਲਤ ਹੈ ਜਾਂ ਇਹ ਕਹੀਏ ਵੀ ਨਹੀਂ ਉੱਧਰ ਬਹੁਤ ਬੁਰੇ ਆ। ਨਹੀਂ, ਬੁਰੇ ਨਹੀਂ ਹੈਗੇ, ਉਹ ਆਪਦੇ ਕਲਚਰ ਦੇ ਹਿਸਾਬ ਨਾਲ ਸਹੀ ਹੈ ਲੋਕ, ਉਹ ਬਹੁਤ ਵਧੀਆ ਨੇਗੇ। ਅਸੀਂ ਸਾਡਾ ਇੱਕ ਆਪਣਾ ਆਪਦਾ ਕਲਚਰ ਹੈ। ਹਾਂ, ਮੈਂ ਇਹ ਜ਼ਰੂਰ ਗੱਲ ਕਹਿਣਾ ਕਿ ਆਪਦੇ ਨੂੰ ਛੱਡ ਕੇ ਤੁਸੀਂ ਦੂਸਰੇ ਨੂੰ ਅਪਣਾਉਂਦੇ ਹੋ, ਉਹ ਗੱਲ ਹੋ ਜਾਂਦੀ। ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਨਾ ਅਸੀਂ ਉੱਧਰ ਜੋਗੇ ਹਾਂ ਅਤੇ ਨਾ ਅਸੀਂ ਇੱਧਰ ਜੋਗੇ ਰਹਿੰਦੇ ਹਾਂ। ਫਿਰ
ਠੀਕ ਹੈ। ਇਹ ਜਿਹੜੇ ਲੋਕਾਂ ਨੂੰ ਜਾਓ, ਘੁੰਮੋ ਫਿਰੋ, ਉੱਥੋਂ ਸਿੱਖੋ। ਜੇ ਕੋਈ ਤੁਹਾਨੂੰ ਉੱਥੋਂ ਸਿੱਖਣ ਵਾਲੀ ਚੀਜ਼ ਲੱਭਦੀ ਹੈ, ਕੋਈ ਨਵੀਂ ਚੀਜ਼ ਸਾਡੇ ਨਾਲੋਂ ਕੋਈ ਵਧੀਆ ਚੀਜ਼ ਲੱਗਦੀ ਹੈ, ਉਹਨੂੰ ਸਿੱਖੋ। ਸਿੱਖ ਕੇ ਇੱਥੇ ਕਰਦੇ ਆਪਾਂ ਆ ਕੇ, ਉਹ ਲੋਕਾਂ ਦੇ ਵਿੱਚ ਤਜਰਬਾ ਹੁੰਦਾ ਹੈਗਾ, ਉਹਨੂੰ ਪਤਾ ਲੱਗਦਾ ਵੀ ਹਾਂ ਇਹ ਕੀ ਸਿੱਖ ਕੇ ਆਇਆ। ਲੋਕਾਂ ਦੇ ਵਿੱਚ ਵੀ ਤੁਹਾਨੂੰ ਦੱਸ ਸਕਦੇ ਹੋ ਵੀ ਹਾਂ ਮੈਂ ਆਹ ਸਿੱਖ ਕੇ ਆਇਆ ਹੈਗਾ। ਤੁਹਾਨੂੰ ਲੋਕ ਮਾਣ ਇੱਜ਼ਤ ਵੱਧਦਾ ਹੈਗਾ। ਉੱਧਰ ਸਾਨੂੰ ਉੱਧਰ ਤਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਵੀ ਕੌਣ ਹੈ ਕੌਣ ਨਹੀਂ ਹੈਗਾ। ਬਈ ਬਹੁਤ ਕਿਹਾ, ਇੱਕ ਨਹੀਂ ਹਜ਼ਾਰਾਂ ਨੇ ਕਿਹਾ। ਈਵਨ ਸਾਡੇ ਰਿਸ਼ਤੇਦਾਰਾਂ ਨੇ ਵੀ ਕਿਹਾ ਤੇਰਾ ਦਿਮਾਗ ਹਿੱਲ ਗਿਆ ਹੈਗਾ। ਇੱਥੋਂ ਤੱਕ ਵੀ ਮੈਨੂੰ ਕਿਹਾ ਹੈਗਾ। ਕੋਈ ਕਹਿੰਦਾ ਜੀ ਕੋਈ ਕੁਛ, ਕੋਈ ਜਿੰਨੇ ਕੁ ਮੂੰਹ ਨੇ ਉਨੀਆਂ ਗੱਲਾਂ। ਕੋਈ ਕਹਿੰਦਾ ਕਿ ਕਦੇ ਕੋਈ ਕਹਿੰਦਾ ਇਹ ਤਾਂ ਊਂ ਹੀ ਛੱਡ ਕੇ ਆ ਗਿਆ, ਕੋਈ ਕਹਿੰਦਾ ਇਹ ਭੱਜ ਕੇ ਆ ਗਿਆ, ਕੋਈ ਕੁਛ, ਬਹੁਤ ਕੁਛ ਕਹਿੰਦੇ ਨੇ ਕਿ ਲੋਕ। ਲੇਕਿਨ ਇਹਨਾਂ ਦੇ ਲਈ, ਲੋਕਾਂ ਦੇ ਲਈ ਨਹੀਂ ਮੈਂ ਇੱਥੇ ਬੈਠਾ ਹੈਗਾ। ਨਾ ਮੈਂ ਲੋਕਾਂ ਦੀਆਂ ਕੋਈ ਗੱਲਾਂ ਸੁਣਦਾ, ਇੱਧਰ ਦੀ ਪਾਈ ਇੱਧਰ ਦੀ ਕੱਢਤੀ ਹੈਗੀ, ਮੇਰੇ 'ਤੇ ਕੋਈ ਅਸਰ ਨਹੀਂ ਹੈਗਾ। ਕਹਿੰਦੇ ਨੇਗੇ, ਲੇਕਿਨ ਅਸਲੀਅਤ ਕੀ ਹੈ? ਅਸਲੀਅਤ ਜਿਹੜੀ ਮੈਨੂੰ ਪਤਾ ਵੀ ਕੀ ਹੈ। ਮੈਂ ਉੱਥੇ ਚਲਿਆ ਜਾਂਦਾ, ਮੇਰੇ ਪਿੱਛੇ ਕੋਈ ਹੈ ਨਹੀਂ ਗਾ, ਮੇਰਾ ਭਰਾ ਨਹੀਂ ਹੈਗਾ, ਮੈਂ ਇਕੱਲਾ ਭਰਾ। ਮੇਰੇ ਮਾਂ-ਬਾਪ ਨੂੰ ਕੌਣ ਸਾਂਭੂਗਾ ਇੱਥੇ? ਡੈਡੀ ਦੀ ਮੈਂ ਬਾਈਪਾਸ ਸਰਜਰੀ ਕਰਵਾ ਕੇ ਹਟਿਆ, ਮੰਮੀ ਦੇ ਗੋਡੇ ਚੇਂਜ ਕਰਾਇਆ, ਇਹਨਾਂ ਦੀ ਪਹਿਲਾਂ ਪਿੱਤੇ ਦੀ ਸਰਜਰੀ ਕਰਾਈ ਹੈਗੀ, ਫਿਰ ਇਹਨਾਂ ਦੀ ਹਰਨੀਆਂ ਦੀ ਸਰਜਰੀ ਹੋਈ ਹੈ। ਅਤੇ ਕੌਣ ਸਾਂਭੂ ਇਹਨੂੰ? ਕੋਈ ਪਿੱਛੇ ਸਾਂਭਣ ਵਾਲਾ ਤਾਂ ਹੈ ਹੀ ਨਹੀਂ ਗਾ। ਬਾਕੀ ਇੱਕ ਗੱਲ ਹੋਰ ਹੈਗੀ ਬਾਈ ਜੀ, ਮੈਂ ਇਹ ਪਰਮਾਤਮਾ 'ਤੇ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਵੀ ਜੇ ਉਹਨੇ ਮੈਨੂੰ ਦੇਣਾ ਕੁਛ ਨਾ, ਤਾਂ ਉਹਨੇ ਇੱਥੇ ਵੀ ਦੇ ਦੇਣਾ। ਜੇ ਉਹਨੇ ਨਹੀਂ ਦੇਣਾ ਤਾਂ ਮੈਨੂੰ ਉੱਥੇ ਗਏ ਨੂੰ ਵੀ ਨਹੀਂ ਦੇਣਾ। ਇੱਕ ਪੁਰਾਣੀ ਕਹਾਵਤ ਹੁੰਦੀ ਸੀ ਸਾਡੇ ਬਜ਼ੁਰਗਾਂ ਦੀ ਕਿ ਤੁਰ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ। ਉਸ ਟਾਈਮ ਬਰਮਾ ਮੁਲਕ ਬਹੁਤ ਅਮੀਰ ਹੁੰਦਾ ਸੀਗਾ, ਲੋਕ ਜਾਂਦੇ ਸੀ। ਅਤੇ ਉਹ ਕਹਾਵਤ ਸਹੀ ਹੈਗੀ। ਬਹੁਤ ਮੈਂ ਐਕਸਪੀਰੀਅੰਸ ਕਰਕੇ ਦੇਖ ਲਿਆ, ਕਿਉਂਕਿ ਮੈਂ ਜਦੋਂ ਗਿਆ ਸੀਗਾ ਉਦੋਂ ਮੈਂ 16 ਸਾਲ ਦਾ ਸੀ ਸਿਰਫ। ਔਰ ਮੈਂ ਇੱਕ ਉਹ ਬੰਦਾ ਗਾ ਜਿਹੜਾ ਬਿਨਾਂ ਏਜੰਟ ਤੋਂ ਉਹਨਾਂ ਟਾਈਮਾਂ ਦੇ ਵਿੱਚ ਕਿਸੇ ਏਜੰਟ ਦੇ ਥਰੂ ਨਹੀਂ ਗਿਆ। ਆਪ ਹੀ ਕਹਿੰਦੇ ਸੀ ਸ਼ਿਕਾਰ ਖੇਡਦਾ ਸੀ, ਆਪ ਹੀ ਭੁੰਨ ਕੇ ਆਪ ਹੀ ਖਾਂਦਾ ਸੀ। ਆਪ ਹੀ ਮਿਹਨਤ ਕਰਨੀ, ਦੇਖਣਾ, ਲੋਕਾਂ ਨੂੰ ਮਿਲਣਾ, ਕੀ ਹੈਗਾ ਕੀ ਨਹੀਂ ਹੈਗਾ, ਫਿਰ ਉਹਦਾ ਦੇਖਣਾ ਵੀ ਹੁਣ ਗਾਹਾਂ ਕਿਵੇਂ ਜੁਗਾੜ ਲੱਗੂ, ਫਿਰ ਜੁਗਾੜ ਲਾਉਣੇ। ਬਹੁਤ ਵਾਰੀ ਮੈਂ ਡਿਪੋਰਟ ਹੋ ਕੇ ਵੀ ਆਇਆ, ਦਿੱਲੀ ਆ ਜਾਂਦਾ ਸੀ, ਉੱਥੋਂ ਫਿਰ ਮੁੜ ਜਾਣਾ। ਕਈ ਮੁਲਕਾਂ ਦੇ ਵਿੱਚੋਂ ਡਿਪੋਰਟ ਫਿਰ ਆ ਗਿਆ, ਫਿਰ ਚਲਿਆ ਗਿਆ। ਇੱਦਾਂ ਬਥੇਰਾ ਕੁਛ ਕਰਕੇ ਦੇਖਿਆ, ਐਕਸਪੀਰੀਅੰਸ ਹੋਇਆ ਬਹੁਤ ਜ਼ਿਆਦਾ ਦੁਨੀਆ ਦਾ ਪਤਾ ਲੱਗਿਆ। ਲੇਕਿਨ ਜੋ ਇਹ ਲੋਕ ਹੁਣ ਉੱਥੇ ਕਹਿੰਦੇ ਨੇ ਜਾ ਕੇ ਜੀ ਆਏ ਆ ਫਲਾਨਾ, ਉੱਥੇ ਐਂ ਕਰਦੇ ਆ, ਨਹੀਂ। ਉੱਥੇ ਮੋਸਟਲੀ ਲਾ ਲਓ ਵੀ ਮੈਂ ਇਹ ਕਹੂੰਗਾ ਕਿ 80% ਲੋਕ ਉੱਥੇ ਲੇਬਰ ਕਰਦੇ ਨੇਗੇ ਸਾਡੇ। ਬੇਰੁਜ਼ਗਾਰੀ ਤਾਂ ਮੈਂ ਤੁਹਾਡੀ ਗੱਲ ਮੰਨਦਾ ਵੀ ਇੱਥੇ ਹੈਗੀ ਆ, ਇਹਦੇ 'ਚ ਕੋਈ ਫਰਕ ਨਹੀਂ ਹੈਗਾ। ਲੇਕਿਨ ਇੱਕ ਚੀਜ਼ ਦਾ ਫਰਕ ਹੈਗਾ ਕਿ ਉੱਥੇ ਤੁਹਾਨੂੰ ਕੋਈ ਕੁਛ ਕਹਿੰਦਾ ਨਹੀਂ ਹੈਗਾ ਕਿ ਤੁਸੀਂ ਲੇਬਰ ਕਰਦੇ ਹੋ, ਤੂੰ ਲੇਬਰ ਕਿਉਂ ਕਰਦਾ ਹੈ। ਇੱਥੇ ਸਾਡੇ ਲੋਕ ਹੀ ਹੈਗੇ, ਮੈਂ ਹੀ ਇੱਥੋਂ ਬਾਹਰਲੇ ਘਰ ਹੀ ਜਾਂਦਾ, ਉਹ ਦੂਸਰੇ ਪਾਸੇ ਆਪਣਾ। ਉੱਥੇ ਲੋਕ ਜੇ ਮੈਂ ਤੁਰ ਕੇ ਜਾਂਦਾ ਤਾਂ ਲੋਕ ਮੈਨੂੰ ਕਹਿ ਦਿੰਦੇ ਨੇ ਕੀ ਹੋ ਗਿਆ ਤੈਨੂੰ, ਛੱਡ ਕੇ ਆਵਾਂ ਮੋਟਰਸਾਈਕਲ ਤੋਂ, ਤੂੰ ਮੋਟਰਸਾਈਕਲ ਕੋ ਛੱਡਤਾ, ਕੀ ਹੋ ਗਿਆ ਤੈਨੂੰ? ਇਹ ਗੱਲਾਂ ਨੇ। ਉੱਥੇ ਇਹ ਨਹੀਂ ਕੋਈ ਪੁੱਛਦਾ। ਆਹ ਫਰਕ ਹੈਗਾ। ਉੱਥੇ ਕੋਈ ਐ ਨਹੀਂ ਕਹਿੰਦਾ ਤੂੰ ਲੇਬਰ ਕਿਉਂ ਕਰਦਾ। ਕੋਈ ਇਹ ਜੇ ਤੁਸੀਂ ਕਿਸੇ ਜੱਜ ਦੀ ਕੁਰਸੀ 'ਤੇ ਬੈਠੇ ਹੋ, ਕਿਸੇ ਨੇ ਤੁਹਾਨੂੰ ਇਹ ਨਹੀਂ ਕਹਿਣਾ ਵੀ ਤੂੰ ਜੱਜ ਦੀ ਕੁਰਸੀ 'ਤੇ ਬੈਠਾ। ਜੇ ਤੁਹਾਡੇ ਤੱਕ ਕੰਮ ਹੈ, ਜੱਜ ਤੱਕ ਦਾ ਕੰਮ ਕਰਾਉਣਗੇ, ਆਪਦਾ ਤੁਰ ਜਾਣਗੇ, ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ। ਇੱਥੇ ਹੈਗਾ ਇਹ ਡਿਫਰੈਂਸ। ਇਹ ਲੋਕਾਂ ਦੇ ਵਿੱਚ ਹੀ ਸਾਡਾ ਇਹ ਇੱਕ ਮਨ ਦੇ ਵਿੱਚ ਬਣਿਆ ਹੋਇਆ ਵੀ ਜੇ ਇੱਕ ਬੰਦਾ ਮੋਟਰਸਾਈਕਲ 'ਤੇ ਜਾਣ ਲੱਗ ਗਿਆ ਜਾਂ ਉਹ ਗੱਡੀ 'ਤੇ ਜਾਣ ਲੱਗ ਗਿਆ, ਉਹ ਸਾਰਾ ਉਮਰ ਗੱਡੀ 'ਤੇ ਹੀ ਜਾਊਗਾ। ਜੇ ਤੁਰ ਕੇ ਜਾਂਦਾ ਤਾਂ ਇਹਦਾ ਮਤਲਬ ਕੁਛ ਖਰਾਬ ਹੋ ਗਿਆ, ਕੋਈ ਗੱਲ ਹੋ ਗਈ ਹੈ। ਇਹ ਨਹੀਂ ਦੇਖਦੇ ਵੀ ਉਹਦੇ ਮਨ ਦੇ ਵਿੱਚ ਕੀ ਆ, ਉਹ ਤੁਰਨਾ ਚਾਹੁੰਦਾ ਹੈਗਾ ਜਾਂ ਉਹ ਤੁਰ ਕੇ ਜਾਣਾ ਚਾਹੁੰਦਾ ਹੈਗਾ, ਜਾਂ ਉਹਨੂੰ ਕੋਈ ਉੱਦਾਂ ਕੋਈ ਕੰਮਕਾਰ ਹੈ, ਜਾਂ ਕੋਈ ਰਸਤੇ ਦੇ ਵਿੱਚ ਕੋਈ ਹੋਰ ਗੱਲਬਾਤ ਕਿਸੇ ਨਾਲ ਕਰਨੀ ਹੈ। ਕਿ ਕੋਈ ਜ਼ਰੂਰੀ ਥੋੜ੍ਹੀ ਹੈਗਾ ਵੀ ਤੁਸੀਂ ਗੱਡੀ 'ਚ 24 ਘੰਟੇ ਚੜ੍ਹਨਾ ਹੈਗਾ। ਇਹਨੂੰ ਜੇ ਮੈਂ ਇਹਨੂੰ ਵਿਦੇਸ਼ 'ਚ ਰੱਖਦਾ, ਉੱਥੇ ਇਹਨੂੰ ਆਪਣਾ ਇੱਥੇ ਪਤਾ ਹੀ ਨਹੀਂ ਸੀ ਲੱਗਣਾ ਵੀ ਸਾਡੀ ਧਰਤੀ ਕੀ ਹੈ, ਸਾਡੇ ਗੁਰੂ ਕੌਣ ਹੈ। ਇਹਨੂੰ ਪੰਜਾਬੀ ਸਿੱਖ ਪੜ੍ਹਦਾ ਹੈ ਇੱਥੇ, ਇਹਨੂੰ ਪੰਜਾਬੀ ਆਉਂਦੀ ਹੈ, ਪਾਠ ਆਉਂਦਾ ਇਹਨੂੰ, ਅਤੇ ਇਹਨੂੰ ਉੱਥੇ ਕਿੱਥੇ ਇਹਨੇ ਸਿੱਖਣਾ ਸੀਗਾ। ਖੇਤੀ ਨਾਲ ਟਰੈਕਟਰ ਚਲਾਉਂਦਾ ਬਹੁਤ ਸੋਹਣਾ, ਹਲੇ ਇਹਦੀ ਉਮਰ ਸਾਰੀ 11 ਸਾਲ ਹੈ। ਟਰੈਕਟਰ ਬਹੁਤ ਸੋਹਣਾ ਚਲਾਉਂਦਾ। ਐਤਕੀ ਕਣਕ ਇਹਨੇ ਬਜਾਈ ਹੈ ਮੇਰੇ ਨਾਲ, ਇਹ ਚਲਾਉਂਦਾ ਸੀ, ਮੈਂ ਪਿੱਛੇ ਮਸ਼ੀਨ 'ਤੇ ਫਿਰਦਾ ਸੀਗਾ। ਜਿੰਨੀ ਦੇਰ ਮੰਮੀ ਡੈਡੀ ਬੈਠੇ ਨੇ ਇੱਥੇ, ਸਾਰੇ ਬੈਠੇ ਨੇ, ਉਨੀ ਦੇਰ ਤਾਂ ਕੋਈ ਹੈ ਨਹੀਂ ਗਾ। ਉਨੀ ਦੇਰ ਤਾਂ ਚਾਹੇ ਬਦਲਣ ਹਾਲਾਤ ਨਾ ਬਦਲਣ, ਉਨੀ ਦੇਰ ਤਾਂ ਇੱਥੇ ਹੀ ਆ।